ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ। ਜਿੱਦਾਂ ਕਿ ਸਵੇਰੇ ਤੋਂ ਹੀ ਉਡੀਕ ਸੀ ਸਾਰੇ ਹੀ ਸਿੱਖ ਸੰਗਤ ਨੂੰ ਜਿਹੜੇ ਕਿ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਹਨ ਅਤੇ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੀ ਹੀ ਪੂਰੇ ਵਰਲਡ ਵਾਈਜ਼ ਵਸਦੀ ਹੈ, ਉਸ ਕੋਰਟ ਦੀ ਵਰਡਿੰਗ ਨੂੰ ਲੈ ਕੇ ਕਿ ਉਹਨਾਂ ਨੇ ਕੀ ਜਜਮੈਂਟ ਦੇਣੀ ਹੈ ਉਸ ਨੋਟਿਸ ਦੇ ਉੱਤੇ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਖਾਸ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੂੰ ਦਿੱਤਾ ਸੀ। ਉਹ ਵਜ੍ਹਾ ਦੱਸੀ ਸੀ ਕਿ 144 ਇੰਪੋਜ਼ਡ ਅਤੇ ਐਮਰਜੈਂਸੀ ਹੈ। ਹੁਣ ਇਹ ਲਾਈਵ ਅਪਡੇਟ ਜਿਹੜੀ ਕੋਰਟ ਤੋਂ ਨਿਕਲ ਕੇ ਸਾਹਮਣੇ ਆਈ ਹੈ। ਇਸ ਵਕਤ ਸਾਡੇ ਨਾਲ ਕਮੇਟੀ ਦੇ ਪ੍ਰੈਜ਼ੀਡੈਂਟ ਹਨ ਸਰਦਾਰ ਚਰਨਜੀਤ ਸਿੰਘ ਜੀ। ਹੁਣ ਆਪਾਂ ਤੁਹਾਡੇ ਤੱਕ ਲਾਈਵ ਪਹੁੰਚਾਉਣਾ ਹੈ ਕਿ ਕੀ ਮਸਲਾ ਨਿਕਲ ਕੇ ਆਇਆ ਔਰ ਕੋਰਟ ਨੇ ਜਿਹੜੇ ਸੈਸ਼ਨ ਕੋਰਟ ਦੇ ਜੱਜ ਹਨ ਉਹਨਾਂ ਨੇ ਕੀ ਵਰਡਿਕਟ ਦਿੱਤੀ ਹੈ। ਸਭ ਤੋਂ ਪਹਿਲਾਂ ਮੈਂ ਜੀਆਂ ਨੂੰ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚਾਹਾਂਗਾ ਕਿ ਬਰੀਫਿੰਗ ਤੌਰ ਤੇ, ਕਿਉਂਕਿ ਤੁਸੀਂ ਇਸ ਵਕਤ ਕੋਰਟ ਤੋਂ ਆਏ ਹੋ, ਤੇ ਕੀ ਆਰਡਰ ਜਿਹੜਾ ਉਹਨਾਂ ਨੇ ਸੰਗਿਆਨ ਲਿਆ ਇਸ ਮੁੱਦੇ ਦੇ ਉੱਪਰ ਤੇ ਕੀ ਜਿਹੜੇ ਜੱਜ ਸਾਹਿਬ ਨੇ ਗੱਲ ਆਖੀ ਹੈ। ਇਸ ਤਰ੍ਹਾਂ ਕਿ ਕੱਲ ਅਸੀਂ ਕੋਰਟ 'ਚ ਫਾਈਲ ਲਗਾਈ ਸੀ ਤੇ ਕੱਲ ਜਿਹੜੇ ਸਾਡੇ ਸੈਸ਼ਨ ਜੱਜ ਸਾਹਿਬ ਜਿਹੜੇ ਛੁੱਟੀ ਦੇ ਸੀ ਤੇ ਐਡੀਸ਼ਨਲ ਸੈਸ਼ਨ ਸਨ ਤੇ ਉਹਨਾਂ ਨੇ ਕਿਹਾ ਕਿ ਮੈਂ ਐਡਮਿਨਿਸਟ੍ਰੇਟਿਵ ਜਿਹੜੀਆਂ ਮੇਰੇ ਕੋਲ ਪਾਵਰਸ ਨਹੀਂ ਹਨ, ਮੈਂ ਸੁਣ ਨਹੀਂ ਸਕਦਾ। ਫਿਰ ਅੱਜ ਅਸੀਂ ਜੱਜ ਸਾਹਿਬ ਆਏ ਜਿਹੜੇ ਕਿ ਸੈਸ਼ਨ ਜੱਜ ਜਿਹੜੇ ਮੌਜੂਦਾ ਸਨ, ਉਹਨਾਂ ਦੇ ਅੱਗੇ ਸਾਡੇ ਵਕੀਲ ਸਾਹਿਬ ਨੇ ਫਾਈਲ ਰੱਖੀ ਔਰ ਉਹਨਾਂ ਨੇ ਜਿਹੜਾ ਕਿ ਟਾਈਮ ਦਿੱਤਾ ਪ੍ਰੋਸੀਕਿਊਸ਼ਨ ਨੂੰ ਕਿ ਬਈ ਤੁਸੀਂ ਇਸ ਦਾ ਜਵਾਬ ਦਿਓ ਕਿ ਇਹ ਜਿਹੜਾ ਕੇਸ ਜਿਹੜਾ ਫਾਈਲ ਕੀਤਾ TN ਗੁਪਤਾ ਜਿਹੜੇ ਸਾਡੇ ਐਡਵੋਕੇਟ ਸੀ ਤੇ ਉਹਨਾਂ ਨੇ ਜਿਸ ਵਕਤ ਕੇਸ ਰੱਖਿਆ ਤੇ ਫਿਰ ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿ ਜਾਓ ਦੇਖੋ ਕਿਤੇ ਖੈਬਟ ਜਿਹੜੀ ਹੈ ਉਹ ਤੇ ਨਹੀਂ ਫਾਈਲ ਕੀਤੀ ਦੀ ਕਿਸੇ ਪਾਰਟੀ ਨੇ, ਲੇਕਿਨ ਉਸ ਵਕਤ ਕੋਈ ਖੈਬਟ ਕੋਈ ਫਾਈਲ ਨਹੀਂ ਸੀ ਹੋਈ ਦੀ। ਫਿਰ ਤੀਸਰੀ ਵਾਰ ਉਹਨਾਂ ਨੇ ਪ੍ਰੋਸੀਕਿਊਸ਼ਨ ਨੂੰ ਬੁਲਾਇਆ ਔਰ ਇਸ ਦਾ ਜਵਾਬ ਮੰਗਿਆ ਕਿ ਬਈ ਦੱਸੋ ਇਹ ਕੀ ਕਾਰਨ ਬਣਿਆ। ਤੇ ਜਿਹੜੇ ਸਾਡੇ ਵਕੀਲ ਸਨ ਗੁਪਤਾ ਸਾਹਿਬ, ਉਹਨਾਂ ਨੇ ਇਹ ਗੱਲ ਕੀਤੀ ਕਿ ਸਾਡੀ ਜਿਹੜੀ ਜੰਮੂ ਕਸ਼ਮੀਰ ਦੀ ਜਿਹੜੀ ਗਵਰਨਮੈਂਟ ਹੈ ਇਹਦੇ ਕੋਲੋਂ ਪਰਮਿਸ਼ਨਾਂ ਲਈਆਂ ਗਈਆਂ, ਬਕਾਇਦਾ ਪਰਮਿਸ਼ਨ ਜੰਮੂ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਸਨੇ ਪਰਮਿਸ਼ਨ ਦਿੱਤੀ ਹੈ ਔਰ ਉਹਦੇ ਬਾਅਦ ਸਾਡੀ ਜ਼ਿਲ੍ਹਾ ਜਿਹੜੀ ਕਠੂਆ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੂੰ ਵੀ ਕਿਹਾ ਗਿਆ ਕਿ ਜਿਹੜਾ ਮਾਨ ਸਾਹਿਬ ਦਾ ਜਿਹੜਾ ਪ੍ਰੋਟੋਕਾਲ ਹੈ ਉਹਦੀ ਸੁਵਿਧਾ ਦੇ ਉਹਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਕਿ ਉਹਨਾਂ ਨੂੰ ਇਥੋਂ ਲਾਂਘਾ ਦਿੱਤਾ ਜਾਏ ਔਰ ਇੱਕ ਰਿਸਪੈਕਟਿਵ ਤੌਰ ਤਰੀਕੇ ਦੇ ਨਾਲ। ਲੇਕਿਨ ਵਿੱਚ ਜਿਹੜਾ ਇਹ ਆਰਡਰ ਜਿਹੜਾ ਕੈਂਸਲੇਸ਼ਨ ਦਾ ਜਿਹੜਾ ਆਰਡਰ ਹੋਇਆ ਤੇ ਜਿਸ ਵਕਤ ਇਹ ਮਾਨ ਸਾਹਿਬ ਇੱਥੇ ਪਹੁੰਚੇ ਹੈ ਤੇ ਉਹ ਤੇ ਆਪਣੇ ਉਸ ਸਿਸਟਮ ਦੇ ਨਾਲ ਆ ਰਹੇ ਸੀ ਕਿ ਮੇਰੀਆਂ ਸਾਰੀਆਂ ਪਰਮਿਸ਼ਨ ਔਰ ਮੇਰੀ ਸਰਕਟ ਹਾਊਸ ਵਗੈਰਾ ਸਾਰਾ ਬੁੱਕ ਹੈ ਤੇ ਮੈਂ ਫਲਾਣੀ ਜਗ੍ਹਾ ਜਿਹੜੇ ਉਹਨਾਂ ਦੇ ਟੂਰ ਪ੍ਰੋਗਰਾਮ ਸੀ ਤੇ ਇੱਥੇ ਆ ਕੇ ਜਿਸ ਵਕਤ ਉਹਨਾਂ ਨੂੰ ਡਿਪਟੀ ਕਮਿਸ਼ਨਰ ਸਾਡੇ ਉਹਨਾਂ ਨੇ ਦਿੱਤਾ ਇਹਨਾਂ ਨੂੰ ਕਿ ਤੁਹਾਡੇ ਤੇ ਦਫਾ 144 ਦੇ ਤਹਿਤ ਤੁਹਾਨੂੰ ਜਿਹੜਾ ਕਿ ਅਸੀਂ ਇੱਥੋਂ ਲੰਘਣ ਨਹੀਂ ਦਿਆਂਗੇ ਔਰ ਦਫਾ 144 ਦਾ ਜਿਹੜਾ ਆਰਡਰ ਉਹਨਾਂ ਨੇ ਰਿਟਨ ਸੀ ਉਹ ਵੀ ਨਾਲ ਲਗਾਇਆ ਦਾ ਸੀ। ਜੱਜ ਸਾਹਿਬ ਨੂੰ ਦੱਸਿਆ ਕਿ ਬਈ ਦਫਾ 144 ਔਰ ਐਮਰਜੈਂਸੀ ਦੇ ਤਹਿਤ ਜਿਹੜਾ ਕਿ ਤੁਹਾਨੂੰ ਰੋਕਿਆ ਗਿਆ। ਦੂਸਰੇ ਪਾਸੋਂ ਇਹਨਾਂ ਨੇ ਆਪਣੇ ਪੱਖ ਦੱਸਿਆ ਸੀ ਕਿ ਅਸੀਂ ਇੱਕ ਡੈਮੋਕ੍ਰੇਟਿਵ ਵੇ ਦੇ ਨਾਲ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਜਾ ਰਹੇ ਸੀ, ਜਿਹੜਾ ਸਾਡਾ ਪ੍ਰੋਟੋਕਾਲ ਬਣਦਾ ਸੀ ਸਾਨੂੰ ਵਜ੍ਹਾ ਦੱਸੀ ਜਾਏ ਕਿ ਸਾਨੂੰ ਕਿਉਂ ਰੋਕਿਆ ਗਿਆ। ਤੇ ਜੱਜ ਸਾਹਿਬ ਨੇ ਜਿਹੜੀ ਕਿ ਉਹ ਪ੍ਰੋਸੀਕਿਊਸ਼ਨ ਨੂੰ ਸਾਰੇ ਸਵਾਲ ਜਵਾਬ ਜਿਹੜੇ ਹੋਏ ਤੇ ਉਹ ਪ੍ਰੋਸੀਕਿਊਸ਼ਨ ਨੇ ਜਿਹੜੇ ਜਵਾਬ ਦਿੱਤੇ ਆ ਤੇ ਅੱਜ ਜੱਜ ਸਾਹਿਬ ਦਾ ਜਿਹੜਾ ਰੁਝੇਵਾਂ ਬਹੁਤ ਸੀ ਕੰਮਕਾਜ ਦਾ, ਕੇਸ ਔਰ ਬਹਿਸਾਂ ਇਹ ਉਹ ਦੂਸਰਾ ਤੀਸਰਾ, ਫਿਰ ਉਹਨਾਂ ਨੇ 4 ਵਜੇ ਦਾ ਟਾਈਮ ਰੱਖਿਆ ਸੀ ਤੇ 4 ਵਜੇ ਦਾ ਟਾਈਮ ਹੋਣ ਤੋਂ ਬਾਵਜੂਦ ਵੀ 5 ਵਜੇ ਤੱਕ ਜਿਹੜੀ ਕਿ ਕੋਰਟ ਅੱਜ ਲੱਗੀ ਰਹੀ ਹੈ ਤੇ ਜੱਜ ਸਾਹਿਬ ਨੇ ਕੱਲ 10 ਵਜੇ ਦੀ ਡੇਟ ਰੱਖੀ ਆ ਔਰ ਜਿਹੜੇ ਸਾਡੇ SSP ਸਾਹਿਬ ਉਹਨਾਂ ਨੂੰ ਵੀ ਬੁਲਾਇਆ ਗਿਆ ਕੋਰਟ ਦੇ ਵਿੱਚ ਕਿ ਬਈ ਤੁਸੀਂ ਆਪਣਾ ਪੱਖ ਪੇਸ਼ ਕਰੋ ਕਿ ਕੀ ਕਾਰਨ ਹੈ ਕਿ ਜਿਸ ਕਾਰਨ ਤੁਸੀਂ ਰੋਕਿਆ ਹੋਇਆ ਤੇ ਡੇਟ ਜਿਹੜੀ ਹੈ ਉਹ ਕੱਲ ਦੀ ਜਿਹੜੀ ਉਹ ਮੁਨੱਕਲ ਹੋਈ ਹੈ। ਲੇਕਿਨ ਮੈਂ ਇੱਕ ਗੱਲ ਹੋਰ ਤੁਹਾਨੂੰ ਇਸ ਦੇ ਨਾਲ ਦੱਸ ਦਿੰਦਾ, ਜਿਹੜਾ ਬਾਰ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਸੀਗਾ ਉਸ ਨੇ ਜਿਹੜਾ ਇੱਕ ਲਿਖਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਵੀ
ਵਕੀਲ ਜਿਹੜਾ ਕੋਈ ਅਟੈਂਡ ਨਹੀਂ ਕਰੇਗਾ। ਬਿਲਕੁਲ ਬਿਲਕੁਲ ਮੈਂ ਰੋਕਣਾ ਚਾਹਾਂਗਾ। ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਨੋਟਿਸ ਸਰਕੂਲੇਟ ਹੋਇਆ ਸੀ ਕਿ ਬਾਰ ਐਸੋਸੀਏਸ਼ਨ ਦੀ ਤਰਫ ਤੋਂ ਕਿ ਕੋਈ ਵੀ ਲੀਗਲ ਸਪੋਰਟ ਨਹੀਂ ਦਿੱਤੀ ਜਾਏਗੀ, ਬੜਾ ਹੀ ਪਿਆਰਾ ਸਵਾਲ ਕੀਤਾ ਸੀ ਸਿਮਰਨਜੀਤ ਸਿੰਘ ਜੀ ਮਾਨ ਜੀ ਨੇ ਲਾਈਵ ਜਦੋਂ ਆਏ ਸੀ। ਉਹਨਾਂ ਨੇ ਪੁੱਛਿਆ ਸੀ ਕਿ ਮੇਰਾ ਜਮਹੂਰੀਅਤ ਅਧਿਕਾਰ ਹੈ, ਇੱਕ ਹਾਊਸ ਤੋਂ ਰਿਪਰੈਜ਼ੈਂਟ ਕਰਨ ਵਾਲਾ ਮੈਂਬਰ ਆਫ ਪਾਰਲੀਮੈਂਟ ਹੈਗਾ, ਇਦਾਂ ਕਿਦਾਂ ਕੋਈ ਵੀ ਵਕੀਲ ਕਹਿ ਸਕਦਾ ਹੈ। ਇਸ ਮੁਲਕ ਦੇ ਵਿੱਚ ਕੀ ਚਾਹੇ ਵਰਲਡ ਦੇ ਵਿੱਚ ਵੀ ਇੱਕ ਅਗਰ ਕੋਈ ਵੀ ਕ੍ਰਾਈਮ ਕਰਨ ਵਾਲੇ ਹੋਣ, ਇੱਕ ਬਲਾਤਕਾਰੀ ਹੁੰਦਾ ਹੈ, ਇੱਕ ਮਰਡਰ ਕਰਨ ਵਾਲਾ ਹੁੰਦਾ ਹੈ, ਜੇ ਉਹਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਲੀਗਲ ਤੌਰ ਤੇ, ਉਹਨੂੰ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਲਾਇਰਸ ਹਾਇਰ ਕਰਵਾਏ ਜਾਂਦੇ, ਫਿਰ ਇਹ ਕਿਸ ਚੀਜ਼ ਦਾ ਨੋਟਿਸ ਹੈ? ਇਹਨੂੰ ਆਪਾਂ ਜ਼ਰੂਰ ਚੈਲੰਜ ਕਰਾਂਗੇ। ਔਰ ਆਰਡਰ ਦੀ ਕਾਪੀ ਵੀ ਮੇਰੇ ਕੋਲ ਇਸ ਵਕਤ ਪਈ ਹੈ, ਜਿਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਡ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰਨ ਰੂਪ ਤੋਂ ਨਖੇਦੀ ਕੀਤੀ ਹੈ ਉਸ ਆਰਡਰ ਕਾਪੀ ਦੀ, ਜਿਹੜਾ ਕਿ ਸਰਕੂਲੇਟ ਕੀਤਾ ਗਿਆ। ਤਾਂ ਮੈਂ ਹੁਣ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾ ਰਿਹਾ ਸੀ, ਜਿਹੜਾ ਲਾਈਵ ਮੇਰੇ ਕੋਲ ਵੀ ਪਿਆ। ਇਸ ਦੇ ਬਾਰੇ ਦੇ ਵਿੱਚ ਕੀ ਕਿਹਾ ਉਹਨਾਂ ਨੇ, ਕਿਉਂਕਿ ਤੁਸੀਂ ਕੋਰਟ ਦੇ ਵਿੱਚ ਵੀ ਮੌਜੂਦ ਹੋ, ਮੈਂ ਚਾਹਾਂਗਾ ਕਿ ਪੂਰਨ ਰੂਪ ਤੇ ਸੰਗਤਾਂ ਦੇ ਸਾਹਮਣੇ ਰੱਖੋ। ਅਸੀਂ ਐਜ਼ ਏ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਹਿੰਦੁਸਤਾਨ ਦੇ ਅੰਦਰ ਅਗਰ ਕੋਈ ਗਰੀਬ ਬੰਦਾ ਹੈ ਜਾਂ ਵਕੀਲ ਅਫੋਰਡ ਨਹੀਂ ਕਰ ਸਕਦਾ, ਚਾਹੇ ਉਹ ਕ੍ਰਿਮੀਨਲ ਹੈ, ਚਾਹੇ ਉਹ ਕਾਤਿਲ ਹੈ, ਚਾਹੇ ਉਸਨੇ ਕੋਈ ਵੀ ਜੁਰਮ ਮਿਲੀਟੈਂਟ ਹੈ, ਉਸ ਨੂੰ ਗਵਰਨਮੈਂਟ ਜਿਹੜੀ ਆ ਵਕੀਲ ਪ੍ਰੋਵਾਈਡ ਕਰਦੀ ਹੈ। ਈਵਨ ਕਿ ਕਸਾਬ ਜਿਹੜਾ ਕਿ ਜਿਸ ਨੂੰ ਫਾਂਸੀ ਦਿੱਤੀ ਗਈ ਹੈ ਉਸ ਨੂੰ ਵੀ ਸਰਕਾਰ ਨੇ ਵਕੀਲ ਪ੍ਰੋਵਾਈਡ ਕੀਤਾ ਸੀ। ਤੇ ਇਹ ਇੱਕ ਹਿੰਦੁਸਤਾਨ ਦਾ ਇੱਕ ਕਾਨੂੰਨ ਹੈ, ਉਹ ਆਈਨ ਹੈ, ਉਹਦੇ ਵਿੱਚ ਹਰ ਬੰਦਾ ਜਿਹੜਾ ਕਿ ਜੇ ਵਕੀਲ ਅਫੋਰਡ ਨਹੀਂ ਕਰ ਸਕਦਾ ਉਸ ਨੂੰ ਵਕੀਲ ਦਿੱਤਾ ਜਾਂਦਾ ਹੈ। ਲੇਕਿਨ ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਅਗਰ ਅੱਜ ਅਸੀਂ ਕਮਿਊਨਿਟੀ ਦੀ ਅਗਰ ਗੱਲ ਕਰੀਏ ਤਾਂ ਇਸ ਦਾ ਮਤਲਬ ਹੈ ਕਿ ਅਗਰ ਕੋਈ ਡਾਕਟਰ ਹੈ ਤੇ ਉਹ ਪਹਿਲਾਂ ਫਿਰ ਦੇਖੇਗਾ ਕਿ ਇਹ ਹਿੰਦੂ ਹੈ, ਇਹ ਸਰਦਾਰ ਹੈ, ਇਹ ਮੁਸਲਮਾਨ ਹੈ, ਮੈਂ ਇਸ ਦਾ ਇਲਾਜ ਕਰਨਾ ਜਾਂ ਇਹਦਾ ਨਹੀਂ ਕਰਨਾ। ਇਹ ਐਸੀ ਸੋਚ ਇੱਕ ਕਾਨੂੰਨਦਾਨ ਔਰ ਜਿਹੜੇ ਲੋਕਾਂ ਨੂੰ ਕਾਨੂੰਨ ਦਾ ਨਿਆਂ ਦਿਲਾਉਣ ਵਾਲੇ ਐਸੀ ਗੱਲ ਕਰਨ ਤੇ ਬੜੀ ਮਦਭਾਗੀ ਗੱਲ ਹੈ। ਲੇਕਿਨ ਸਭ ਤੋਂ ਮੈਨੂੰ ਚੰਗੀ ਗੱਲ ਇਹ ਲੱਗੀ ਕਿ ਉਹਦੇ ਵਿੱਚ 4 ਮੁੰਡੇ ਜਿਹੜੇ ਆ, ਜਿਹੜੀ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਆ, ਉਹਦੇ 4 ਮੁੰਡੇ ਸਿੱਖ ਹਨ ਉਹਦੇ ਵਿੱਚ, ਜਿਹੜੇ ਉਹਦੇ ਕੈਂਡੀਡੇਟ ਹਨ। ਜਿਸ ਵਕਤ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਧਾਨ ਆ ਉਹਨੇ ਮੀਟਿੰਗ ਜਿਹੜੀ ਕੀਤੀ ਹੈ ਉਹ ਉਸਨੇ ਬਗੈਰ ਮੀਟਿੰਗ ਕੀਤੇ ਹੀ ਆਪੇ ਹੀ ਡਿਸੀਜਨ ਲੈ ਲਿਆ ਉਸਨੇ, ਲੇਕਿਨ ਸਾਨੂੰ ਪੁੱਛਿਆ ਨਹੀਂ ਗਿਆ। ਲੇਕਿਨ ਸਭ ਤੋਂ ਚੰਗੀ ਗੱਲ ਮੈਨੂੰ ਉਹ ਲੱਗੀ ਕਿ ਉਹ ਵੀ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਕੋਰਟ ਦੇ ਅੰਦਰ ਸਾਡੇ ਵਕੀਲ ਸਾਹਿਬ ਦੇ ਨਾਲ ਉਹ ਵੀ ਉੱਥੇ ਗਏ ਦੇ ਸੀ। ਬਿਲਕੁਲ ਵਧਾਈਆਂ ਦੇ ਪਾਤਰ ਹਨ ਉਹ ਵੀ ਨੌਜਵਾਨ ਵੀਰ ਜਿਨ੍ਹਾਂ ਨੇ ਬਾਰ ਐਸੋਸੀਏਸ਼ਨ ਦਾ ਜਿਹੜਾ ਮੈਂ ਕਹਾਂ ਬਿਲਕੁਲ ਇੱਕ ਦਰਕਿਨਾਰੇ ਕਰ ਦਿੱਤਾ ਔਰ ਇੱਕ ਲੀਗਲ ਜਿਹੜਾ ਪ੍ਰੋਸੈਸ ਸੀ ਉਹ ਸਟਾਰਟ ਕਰਕੇ ਤੇ ਉਹਨਾਂ ਨੂੰ ਲੀਗਲ ਏਡ ਦੇਣ ਦਾ ਵੀ ਭਰੋਸਾ ਦਿੱਤਾ ਕਿ ਆਪਾਂ ਪੂਰਨ ਰੂਪ ਤੋਂ ਇੱਕ ਮੈਂਬਰ ਆਫ ਪਾਰਲੀਮੈਂਟ ਹਨ, ਇੱਕ ਸੁਪਰੀਮ ਜਿਹੜਾ ਹਾਊਸ ਹੈ ਇਸ ਦੇਸ਼ ਦਾ, ਇਸ ਮੁਲਕ ਦਾ, ਉਸ ਨੂੰ ਰਿਪਰੈਜ਼ੈਂਟ ਕਰਦੇ ਹਨ, ਤਾਂ ਇੱਕ ਜਮਹੂਰੀਅਤ ਦਾ ਅਧਿਕਾਰ ਵੀ ਬਣ ਜਾਂਦਾ, ਇੱਕ ਪੋਜ਼ਿਟਿਵ ਮੈਸੇਜ ਜਾਂਦਾ ਹੈ ਕਿ ਇੱਕ ਮਾਈਨੋਰਿਟੀ ਨੂੰ ਵੀ ਇਹ ਸਾਰੇ ਹੱਕ ਮਿਲਣੇ ਚਾਹੀਦੇ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਇਕਬਾਣੀ ਚੈਨਲ ਦੇ ਪਰਿਵਾਰ ਨਾਲ ਜੁੜੇ ਹਨ, ਪਰਸੋਂ ਰੋਜ਼ ਤੋਂ ਹੀ ਤੁਹਾਡੇ ਕੰਮਕਾਜ ਦਾ ਦੇਖ ਰਹੇ ਸਨ ਔਰ ਮੈਂ ਜ਼ਰੂਰ ਉਹਨਾਂ ਦੀ ਤਰਫ ਤੋਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਦਿਲ ਨੂੰ ਸਕੂਨ ਹੈ ਕਿ ਇੱਕ ਮਾਈਨੋਰਿਟੀ ਦਾ ਚਿਹਰਾ ਜਿਹੜਾ ਕਿ ਆਵਾਜ਼ ਬੁਲੰਦ ਕਰਦਾ ਆਟੋ ਦੇ ਵੀ ਸੁੱਤਾ ਹੈ। ਅੱਜ ਦੀ ਵਰਡਿਕਟ ਤੋਂ ਬਾਅਦ ਕੀ ਦੇਖਦੇ ਹੋ ਕਿ ਇੱਕ ਛੋਟੀ ਜੀ ਮੈਂ ਕਹਾਂ ਤੇ ਜਿੱਤ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਇਹ ਮੈਂ ਕਹਿੰਦਾ ਕਿ ਜੱਜ ਜਿਹੜੇ ਆ ਕਿ ਇੱਕ ਪ੍ਰਮਾਤਮਾ ਦਾ ਇੱਕ ਰੂਪ ਹੁੰਦੇ ਆ, ਇਹ ਇੱਕ ਅਟਲ ਸਚਾਈ ਹੈ। ਲੇਕਿਨ ਜੱਜ ਸਾਹਿਬ ਨੇ ਅੱਜ ਜਿਹੜੀ ਅੱਜ ਉਹਨਾਂ ਨੇ ਜਿਹੜੀ ਸਾਡੀ ਗੱਲਬਾਤ ਸੁਣੀ ਆ ਸਾਡੇ ਵਕੀਲ ਸਾਹਿਬ ਦੀ ਔਰ ਜੋ ਕੁਝ ਉਹਨਾਂ ਨੇ ਦੇਖਿਆ, ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਨਸਾਫ ਮਿਲੇਗਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਾਣ। ਇਹ ਸੱਚਾਈ ਦੇ ਰਸਤੇ ਤੇ ਚਲਦਿਆਂ ਹੋਇਆ ਹਮੇਸ਼ਾ ਅਟਕਲਾਂ ਆਉਂਦੀਆਂ ਹਨ। ਸੱਚ ਤੇ ਕੱਚ ਹਮੇਸ਼ਾ ਚੁਭਦਾ ਤੇ ਸੱਚੀ ਗੱਲ ਕਰਨ ਵਾਲਾ ਜਿਹੜਾ ਬੰਦਾ ਹੈ ਉਹਦੀ ਆਵਾਜ਼ ਜ਼ਰੂਰ ਜਿਹੜੀ ਹੈ ਉਹਦੀ ਜ਼ਰੂਰ ਸੁਣਵਾਈ ਹੁੰਦੀ ਹੈ। ਲੇਕਿਨ ਅੱਜ ਦਾ ਜਿਹੜਾ ਲੱਗਿਆ ਇਹ ਸਾਨੂੰ ਬਹੁਤ ਵੱਡਾ ਇੱਕ ਰਿਲੀਫ ਮਿਲਿਆ ਔਰ ਜੱਜ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਐਜ਼ ਇੱਕ ਸਿਟੀਜ਼ਨ, ਐਜ਼ ਇੱਕ ਮੈਂਬਰ ਪਾਰਲੀਮੈਂਟ, ਉਹਨੂੰ ਜਿਹੜੀਆਂ ਬੁਨਿਆਦੀ ਜਿਹੜੀਆਂ ਸਹੂਲਤਾਂ, ਪਾਣੀ, ਟਾਇਲਟ, ਜੋ ਵੀ ਹੈ ਪ੍ਰੋਟੋਕਾਲ ਦੇ ਤਹਿਤ ਜਿਹੜੀਆਂ ਵੀ ਚੀਜ਼ਾਂ ਉਹ ਉਹਨਾਂ ਨੂੰ ਮੁਹੱਈਆ ਕਰਾਈਆਂ ਜਾਣ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਕਮੇਟੀ ਅਤੇ ਸਿੱਖ ਯੂਥ ਦਾ ਜਿਹੜੇ ਪਰਸੋਂ ਤੋਂ ਹੀ ਇੱਥੇ ਬੈਠੇ ਹਨ। ਮੈਂ ਸੰਗਤਾਂ ਤੱਕ ਹੁਣ ਆਪਾਂ ਲਾਈਵ ਹੋਏ ਸਾਂ ਸਾਰੀ ਜਾਣਕਾਰੀ ਦੇਣ ਤੋਂ ਜਿਹੜੇ ਸਵੇਰੇ ਤੋਂ ਹੀ ਉਡੀਕ ਕਰ ਰਹੇ ਸਨ ਇਕਬਾਣੀ ਚੈਨਲ ਤੇ ਕਿ ਕੋਰਟ ਕੀ ਵਰਡਿਕਟ ਦਿੰਦੀ ਹੈ ਆਪਣੀ। ਉਹਨਾਂ ਨੇ ਵਰਡਿਕਟ ਜਿਹੜੀ ਦਿੱਤੀ ਹੈ ਪ੍ਰਧਾਨ ਸਾਹਿਬ ਕੋਲੋਂ ਤੁਸੀਂ ਜਾਣੀ ਹੈ ਕਿ ਕੀ ਕੋਰਟ ਨੇ ਆਖਿਆ। ਸਵੇਰੇ 10 ਵਜੇ ਦਾ ਜਿਹੜਾ ਕੋਰਟ ਦਾ ਜਿਹੜਾ ਅਗਲਾ ਫੈਸਲਾ ਮੁਲਤਵੀ ਰੱਖਿਆ ਔਰ ਸਪੈਸ਼ਲ ਤੌਰ ਤੇ ਸੀਨੀਅਰ ਸੁਪਰੀਡੈਂਟੈਂਟ ਆਫ ਪੁਲਿਸ ਕਠੂਆ ਨੂੰ ਉਚੇਚੇ ਤੌਰ ਤੇ ਬੁਲਾਇਆ ਔਰ ਸਵਾਲ ਦਾ ਜਵਾਬ ਮੰਗਿਆ ਕਿ ਕਿਸ ਆਧਾਰ ਤੇ ਔਰ ਕਿਸ ਪ੍ਰੋਟੋਕਾਲ ਦੇ ਤਹਿਤ ਤੁਸੀਂ ਉਹਨਾਂ ਨੂੰ ਇੱਥੇ ਰੋਕਿਆ। ਮੈਂ ਸ਼ੁਕਰੀਆ ਅਦਾ ਕਰਦਾ ਸਾਰੇ ਹੀ ਨੌਜਵਾਨਾਂ ਦਾ। ਫਿਰ ਤੋਂ ਤੁਹਾਡੇ ਤੱਕ ਪਲ ਪਲ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।